ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਹੈਲੋ ਐਂਡ ਜੈ ਹਿੰਦ एवरीवन। ਪੰਜਾਬ ਪੀਸੀਐਸ ਦੀ ਤਿਆਰੀ ਕਰ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਵੀਡੀਓ ਪ੍ਰਾਇਮਰੀਲੀ ਉਹਨਾਂ ਬੱਚਿਆਂ ਲਈ ਹੈਗੀ ਜਿਨ੍ਹਾਂ ਦੀ ਤਿਆਰੀ ਥੋੜੀ ਮੈਚੁਰ ਸਟੇਜ ਤੇ ਆ ਗਈ ਹੈ। ਉਹ ਸਟੂਡੈਂਟ ਜਿਹੜੇ ਪੰਜਾਬ ਪੀਸੀਐਸ ਦਾ ਜਾਂ ਤਾਂ ਇੱਕ ਵਾਰ ਪਹਿਲਾਂ ਅਟੈਂਪਟ ਦੇ ਚੁੱਕੇ ਨੇ, ਜਾਂ ਫਿਰ यूपीएससी ਦੀ ਪ੍ਰੈਪਰੇਸ਼ਨ ਕਰ ਚੁੱਕੇ ਨੇ, ਜਾਂ ਫਿਰ ਰਾਈਟ ਨਾਓ ਦੇ ਆਰ ਪ੍ਰੀਪੇਅਰਿੰਗ ਸਾਡੇ ਨਾਲ ਜਾਂ ਕਿਸੇ ਵੀ ਹੋਰ ਇੰਸਟੀਚਿਊਟ ਦੇ ਨਾਲ, ਤੇ ਉਹਨਾਂ ਦਾ ਤਕਰੀਬਨ 70% 60-70% ਸਿਲੇਬਸ ਕਵਰ ਹੋ ਗਿਆ। ਹੁੰਦਾ ਕੀ ਹੈ ਕਿ ਅਸੀਂ ਜਦੋਂ ਪ੍ਰੈਪਰੇਸ਼ਨ ਕਰਦੇ ਹਾਂ ਤਾਂ ਅਸੀਂ ਸਟਾਰਟ ਤਾਂ ਬਹੁਤ ਐਂਥੂਸੀਆਜ਼ਮ ਨਾਲ ਕਰਦੇ ਹਾਂ, ਬਟ ਸਲੋਲੀ ਵੀ ਮੇਕ ਵਨ ਬਲੰਡਰ। ਉਹ ਕੀ ਹੈ ਕਿ ਜਦੋਂ ਮੈਂ ਕੋਈ ਕਿਤਾਬ ਪੜ੍ਹ ਲਈ, again and again I am reading that same book, although that is advisable, rather than going for multiple sources one should contain to one source or two sources। ਉਹਨਾਂ sources ਨੂੰ ਦੁਬਾਰਾ ਪੜ੍ਹੋ, ਬਟ ਹੁੰਦਾ ਕੀ ਹੈ ਵੀ ਇਹਦੀ ਰਿਟਰਨਸ ਆਫਟਰ ਅ ਸਰਟਨ ਪੁਆਇੰਟ ਘਟ ਜਾਂਦੀਆਂ ਨੇ। Instead of that we should be focusing more on MCQ practice, instead of that we should be focusing more on answer writing। normally ਬੱਚੇ ਕੀ ਹੁੰਦਾ ਹੈ ਕਿ civil services ਦੀ preparation is very different compared to your other one day exams। ਬਾਕੀ one day exams ਦੇ ਵਿੱਚ ਜਦੋਂ notification ਆ ਗਈ, ਜੇ ਮੈਂ ਉਸ ਦਿਨ ਵੀ ਸੋਚਾਂ ਵੀ ਚੱਲ ਯਾਰ ਮੈਂ ਤਿਆਰੀ ਕਰਦਾ ਹਾਂ, I still may stand a chance, a good chance। on the other hand when it comes to civil services, ਪੰਜਾਬ PCS ਦੀ ਮੈਂ ਤਿਆਰੀ ਕਰਨੀ ਹੈ ਤੇ ਮੈਂ notification ਦੀ ਵੇਟ ਕਰ ਰਿਹਾ, ਤਾਂ ਫਿਰ ਮੈਂ I am planning for a failure। ਇਦਾਂ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣੇ ਆਪ ਤਿਆਰੀ ਕਰੋ, ਸੈਲਫ ਸਟੱਡੀ ਕਰੋ, ਜਾਂ ਕਿਸੇ ਇੰਸਟੀਚਿਊਟ ਦੇ ਨਾਲ ਕਰੋ, ਕਿਸੇ ਹੋਰ ਮੈਂਟਰ ਦੇ ਅੰਡਰ ਕਰੋ, ਕੋਈ ਯੂਨੀਵਰਸਿਟੀ ਪ੍ਰੋਫੈਸਰ ਦੀ ਗਾਈਡੈਂਸ ਲਓ, ਆਪਣੇ ਹਿਸਾਬ ਨਾਲ ਤਿਆਰੀ ਕਰੋ ਜੋ ਤੁਹਾਨੂੰ ਸੂਟ ਕਰਦਾ ਹੈ, ਬਟ ਸਟਾਰਟ ਨਾਓ, ਸਟਾਰਟ अर्ਲੀ, ਸੋ ਦੈਟ ਜਦ ਤੱਕ ਨੋਟੀਫਿਕੇਸ਼ਨ ਆਏ ਉਦੋਂ ਤੱਕ ਤਾਂ ਆਪਣਾ ਮੈਕਸਿਮਮ ਸਿਲੇਬਸ ਕਵਰ ਹੋਣਾ ਚਾਹੀਦਾ ਹੈ। Now I am talking to those students ਜਿਹੜੇ ਪੰਜਾਬ PCS ਦੀ ਤਿਆਰੀ ਬਹੁਤ ਜ਼ਿਆਦਾ ਰਿਲੀਜੀਅਸਲੀ ਕਰ ਰਹੇ ਨੇ, ਜਾਂ ਕਰਨਾ ਚਾਹੁੰਦੇ ਨੇ, ਜਾਂ ਕਰ ਚੁੱਕੇ ਨੇ, ਬਟ desired result ਨਹੀਂ ਆ ਰਿਹਾ। We thought a lot about how to maintain the motivation and consistency for such long period of time। 7-8 ਮਹੀਨੇ ਜੇ ਮੈਂ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ ਤਾਂ ਮੈਂ ਉਹਦਾ ਦਾ ਰਾਈਟ ਮਾਈਂਡਸੈਟ ਕਿਵੇਂ ਮੇਨਟੇਨ ਰੱਖਾਂ। There is no other way to maintain that mindset but to have frequent evaluation। ਉਸ evaluation ਦੇ ਫੀਡਬੈਕ ਦੇ ਉੱਤੇ ਤੁਸੀਂ ਕੰਮ ਕਰੋ। ਸੋ ਤੁਸੀਂ ਟੈਸਟ ਦਿਓ, we will check that test, we will give you the evaluated feedback, you work on that feedback and then you come again and then this cycle goes on and on। ਉਹਦੇ ਲਈ ਅਸੀਂ ਇਹ ਟੈਸਟ ਸੀਰੀਜ਼ ਬਣਾਈ ਹੈ ਜਿਹਦੇ ਵਿੱਚ ਪੰਜਾਬ PCS ਲਈ objective that is prelim stage and subjective that is main stage, ਦੋਨਾਂ ਸਟੇਜਿਸ ਦੀ ਵਧੀਆ ਤਰੀਕੇ ਨਾਲ ਪ੍ਰੈਪਰੇਸ਼ਨ ਕਰਾਂਗੇ। ਆਈਡੀਆ ਕੀ ਹੈ, ਸਭ ਤੋਂ ਪਹਿਲਾਂ ਮੈਂ ਮੇਨਸ ਦੀ ਗੱਲ ਕਰਾਂਗਾ। ਯਾਰ ਦੇਖੋ, ਮੇਨਸ ਦੀ ਟੈਸਟ ਸੀਰੀਜ਼ ਕਰਕੇ, ਮੇਨਸ ਦੀ ਟੈਸਟ ਸੀਰੀਜ਼ ਬਾਏ ਕਰਕੇ ਉਨੀ ਕੀ ਵਧੀਆ ਇੰਪਰੂਵਮੈਂਟ ਹੋਣੀ ਹੈ ਜਿੰਨੀ ਕਿ ਜਿਮ ਮੈਂਬਰਸ਼ਿਪ ਲੈ ਕੇ ਸਾਡੀ ਬਾਡੀ ਬਣ ਜਾਂਦੀ ਹੈ। ਮਾਈ ਪੁਆਇੰਟ ਇਜ਼ ਅਨਲੈਸ ਆਈ ਐਕਚੁਅਲੀ ਗੋ ਟੂ ਦਾ ਜਿਮ ਵਾਲੇ ਨੂੰ ਪੈਸੇ ਦੇ ਕੇ ਕੁਝ ਨਹੀਂ ਹੋਣਾ। ਉਦਾਂ ਹੀ ਤੁਸੀਂ ਮੈਨੂੰ ਮੇਰੀ ਟੈਸਟ ਸੀਰੀਜ਼ ਲੈ ਲਓ, ਮੈਨੂੰ ਆਨਸਰ ਹੀ ਨਾ ਲਿਖ ਕੇ ਦਿਖਾਓ। ਟੈਸਟ ਸੀਰੀਜ਼ ਲੈ ਲਓ, ਉਸ ਤੋਂ ਬਾਅਦ 2 ਮਹੀਨੇ ਹੋ ਗਏ ਕੋਈ ਆਨਸਰ ਹੀ ਨਹੀਂ ਆ ਰਿਹਾ। ਸਰ ਮੈਂ ਸੋਚਿਆ ਫਿਰ ਪਹਿਲਾਂ ਪੜ੍ਹ ਹੀ ਲਵਾਂ, ਮੈਨੂੰ ਲੱਗਿਆ ਪਹਿਲਾਂ ਮੇਰੀ ਕਵਰੇਜ ਸਫੀਸ਼ੀਐਂਟ ਨਹੀਂ ਹੈਗੀ, ਫਿਰ ਕੋਈ ਫਾਇਦਾ ਨਹੀਂ ਹੈਗਾ ਟੈਸਟ ਸੀਰੀਜ਼ ਲੈਣ ਦਾ। My point is that do not wait for that one fine day ਕਿ ਜੋ ਕੁਝ ਪੜ੍ਹਨ ਯੋਗ ਸੀਗਾ ਮੈਂ ਸਾਰਾ ਪੜ੍ਹ ਲਿਆ, ਮੈਂ ਹੁਣ ਟੈਸਟ ਲਿਖਣੇ ਸ਼ੁਰੂ ਕਰਾਂ। Start writing now and improve through writing। Do not wait for the improvement that once I reach this level then I will start writing। Start writing now and you will see drastic improvement within 4 to 6 months। Writing is very important। It is something which is very understated। ਇਹਦੀ ਗੱਲ ਨਹੀਂ ਕੀਤੀ ਜਾਂਦੀ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਤੇ ਐਜ਼ ਐਨ ਇੰਸਟੀਚਿਊਟ ਵੀ ਤੁਸੀਂ ਆਪ ਸੋਚੋ ਕਿ ਇਟਸ ਅ ਬਿਗ ਟਾਸਕ ਕਿ ਕਿੰਨੇ ਸਾਰੇ ਸਟੂਡੈਂਟ ਜਦੋਂ ਆਨਸਰ ਲਿਖ ਕੇ ਵਿਖਾਉਂਦੇ ਨੇ ਉਹਨੂੰ ਚੈੱਕ ਕਰਨਾ, ਇਵੈਲੂਏਟ ਕਰਨਾ, ਫਿਰ ਕਸਟਮਾਈਜ਼ ਫੀਡਬੈਕ ਦੇਣਾ। ਇਟਸ ਅ ਬਿਗ ਰਿਸਪੌਂਸਿਬਿਲਿਟੀ ਔਨ ਦ ਸ਼ੋਲਡਰਸ ਆਫ ਇੰਸਟੀਚਿਊਟ ਐਜ਼ ਵੈਲ ਐਜ਼ ਦੀ ਸਟੂਡੈਂਟ। ਅਸੀਂ ਸੰਡੇ ਇਸ ਪੇਪਰ ਲਈ ਫ੍ਰੀਜ਼ ਕੀਤਾ ਹੈ ਰਾਈਟਿੰਗ ਪ੍ਰੈਕਟਿਸ ਲਈ। ਸੋ ਔਨ ਐਵਰੀ ਸੰਡੇ, ਇੱਕ ਸੰਡੇ ਤੁਹਾਨੂੰ ਪੰਜਾਬੀ ਦਾ ਜਿਹੜਾ ਹੈਗਾ ਸਬਜੈਕਟਿਵ ਪੇਪਰ ਦਿੱਤਾ ਜਾਵੇਗਾ, ਤੁਸੀਂ ਉਹਦੇ ਟੈਸਟ ਸੀਰੀਜ਼ ਦੇ ਅੰਡਰ ਤੁਸੀਂ ਉਹਨੂੰ ਅਟੈਂਪਟ ਕਰੋ। ਨਾਓ ਹੁੰਦਾ ਕੀ ਹੈ, ਮੇਰੇ ਬਹੁਤ ਸਾਰੇ ਸਟੂਡੈਂਟਸ ਨੇ, ਸਮ ਆਫ them wrote the mains last year। ਪਿਛਲੀ ਵਾਰ ਮੇਨਸ ਦਾ ਪੇਪਰ ਦਿੱਤਾ, ਕਲੀਅਰ ਵੀ ਹੋ ਗਿਆ, ਇੰਟਰਵਿਊ 'ਚ ਵੀ ਚੱਲ ਗਏ, ਬਟ ਫਾਈਨਲ ਲਿਸਟ 'ਚ ਨਹੀਂ ਆਏ। ਕੁਝ ਇਦਾਂ ਦੇ ਸਟੂਡੈਂਟ ਨੇ ਜਿਹੜੇ SGM ਬਣ ਸਕਦੇ ਸੀ, DSP ਮਿਲਿਆ, DSP ਬਣ ਸਕਦੇ ਸੀ, ETU ਮਿਲਿਆ, ETU ਬਣ ਸਕਦੇ ਸੀ, DFSO ਮਿਲਿਆ। ਕਿਉਂ? ਜਾਂ ਇੰਗਲਿਸ਼ ਦਾ ਜਾਂ ਪੰਜਾਬੀ ਦਾ ਲੈਂਗੁਏਜ ਪੇਪਰ ਵਧੀਆ ਨਹੀਂ ਹੋਇਆ। ਵੀ ਨਾਰਮਲੀ ਮੋਸਟ ਸਟੂਡੈਂਟ ਜਿਹੜੇ PCS ਦੀ ਵੀ ਤਿਆਰੀ ਕਰਦੇ ਨੇ ਉਹ ਨਾਲ UPSC ਦੀ ਤਿਆਰੀ ਕਰ ਰਹੇ ਹੁੰਦੇ ਨੇ। ਸੋ ਵਟ ਆਈ ਰਿਅਲਾਈਜ਼ that because most of you are UPSC aspirants as well, so what happens is that we tend to ignore the importance of Punjabi Bhasha and English language।
ਨਾਓ ਇਹਨਾਂ ਪੇਪਰਾਂ ਨੂੰ ਰਿਸਪੈਕਟਫੁਲੀ ਟ੍ਰੀਟ ਕਰੋ ਐਂਡ ਥੀਸ ਪੇਪਰ ਵਿਲ ਰਿਸਪੈਕਟ ਯੂ ਬੈਕ। ਹਰ ਮਹੀਨੇ ਜਦੋਂ ਮੈਨੂੰ ਪਤਾ ਨਾ ਮੈਂ ਪੰਜਾਬੀ ਦਾ ਇੱਕ ਪੇਪਰ ਲਿਖਣਾ ਹੀ ਲਿਖਣਾ ਹੈ, ਉਸ ਦਿਨ ਐਗਜ਼ਾਮ ਵਾਲੀ ਡੇਟ ਤੁਹਾਡਾ ਆਪਣੇ ਆਪ ਫਲੋ ਵਧੀਆ ਤਰੀਕੇ ਨਾਲ ਚੱਲੂਗਾ। ਸੋ ਔਨ one Sunday you will write Punjabi paper and the next essay and English. Many students write their first test on essay in the exam itself, which is suicidal. ਇਹ ਆਤਮ ਹੱਤਿਆ ਕਰਨ ਵਾਲਾ ਕੰਮ ਹੈ ਵੀ ਮੈਂ ਪਹਿਲੀ ਵਾਰ ਐਸੇ ਪੇਪਰ ਦੇ ਵਿੱਚ ਹੀ ਜਾ ਕੇ ਲਿਖਿਆ। ਹਾਲੇ ਹੁਣੇ this is the right time, you start it now, ਐਸੇ ਲਿਖੋ, ਉਹਦਾ ਫੀਡਬੈਕ ਦੇ ਉੱਤੇ ਕੰਮ ਕਰੋ। We also give a module on essay complimentary to this test series। ਇਹਦੇ ਵਿੱਚ ਤੁਹਾਨੂੰ ਪ੍ਰੋਪਰ ਕਿ ਕਿੱਦਾਂ ਤੁਸੀਂ PCS ਦਾ ਇੱਕ ਬਹੁਤ ਵਧੀਆ ਐਸੇ ਲਿਖ ਕੇ ਆ ਸਕਦੇ ਹੋ, ਉਹਦੇ ਬਾਰੇ ਵੀ ਕੁਝ ਵੀਡੀਓਜ਼ ਦਿੱਤੀਆਂ ਜਾਣਗੀਆਂ ਤੇ ਕੁਝ ਮਾਈਂਡ ਮੈਪਸ ਜਾਂ ਕੁਝ ਮਤਲਬ ਮਾਡਲ ਐਸੇਸ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਸੋ ਦਿਸ ਵਿਲ ਹੈਲਪ ਯੂ ਅ ਲੋਟ ਐਜ਼ ਵੈਲ। ਐਂਡ ਦੈਨ ਆਫ ਕੋਰਸ GS1, GS2, GS3, GS4 ਇਹਨਾਂ ਟੈਸਟਾਂ ਦੀ ਤੁਹਾਡੇ ਨਾਲ ਡੀਟੇਲਡ ਡਿਸਕਸ਼ਨ ਵੀ ਕੀਤੀ ਜਾਵੇਗੀ। ਵਿਦਆਊਟ ਡਿਸਕਸ਼ਨ ਕੋਈ ਮੇਨਸ ਦੀ ਟੈਸਟ ਸੀਰੀਜ਼ ਜਿਹੜੀ ਹੈਗੀ ਹੈ ਉਹ ਉਨੀ ਇਫੈਕਟਿਵ ਨਹੀਂ ਹੁੰਦੀ ਜਦੋਂ ਆਪਾਂ ਡਿਸਕਸ਼ਨ ਕਰਦੇ ਹਾਂ। ਸਪੈਸ਼ਲੀ ਜਿਵੇਂ ਪੰਜਾਬ PCS ਦੀ ਜਾਂ UPSC ਦੀ ਗੱਲ ਕਰਾਂ, ਜੇ ਹਰਿਆਣਾ HCS ਵਰਗਾ ਪੇਪਰ ਹੈ ਜਿੱਥੇ ਬਸ ਇੱਕੋ GS ਦਾ ਪੇਪਰ ਆਣਾ ਹੈ, ਉੱਥੇ ਥਿੰਗਸ ਮਾਈਟ ਬੀ ਡਿਫਰੈਂਟ, ਬਟ ਵੈਨ ਇਟ ਕਮਸ ਟੂ ਪੰਜਾਬ PCS ਵੇਅਰ ਵੀ ਹੈਵ ਪ੍ਰੋਪਰ GS ਪੇਪਰਸ, ਦੈਨ ਵੀ ਸ਼ੁੱਡ ਡਿਸਕਸ ਦੀ ਪੇਪਰ। ਵੀ ਆਰ ਇਸ ਕੁਐਸਚਨ ਦੇ ਵਿੱਚ ਇਹ ਆਨਸਰ ਵੀ ਤਾਂ ਲਿਖੇ ਜਾ ਸਕਦੇ ਸੀਗੇ, ਇਹ ਪੁਆਇੰਟ ਵੀ ਤਾਂ ਐਡ ਕੀਤੇ ਜਾ ਸਕਦੇ ਸੀਗੇ, ਇਹ ਸਟੇਕ ਹੋਲਡਰ ਅਪਰੋਚ ਤੁਸੀਂ ਯੂਜ਼ ਕਰ ਸਕਦੇ ਸੀਗੇ। ਯੂ ਕੁਡ ਹੈਵ ਰਿਟਨ ਲਾਈਕ ਦਿਸ, ਇੰਟਰੋਡਕਸ਼ਨ ਇਹ ਹੋ ਸਕਦਾ ਸੀਗਾ, ਕੰਕਲੂਜਨ ਇਹ ਹੋ ਸਕਦਾ ਸੀਗਾ, ਡੇਟਾ ਕਿਵੇਂ ਇਨਕੋਰਪੋਰੇਟ ਕਰਨਾ ਆਨਸਰ ਦੇ ਵਿੱਚ, ਫੈਕਟਸ ਕਿਵੇਂ ਲਿਖਣੇ ਆ, ਪੁਆਇੰਟਰ ਫਾਰਮ ਦੇ ਵਿੱਚ ਲਿਖਾਂ, ਪੈਰਾਗ੍ਰਾਫਿਕ ਫਾਰਮ ਦੇ ਵਿੱਚ ਲਿਖਾਂ, all those things your writing style improves drastically, but it takes two to tango। ਟੈਸਟ ਸੀਰੀਜ਼ ਦੇ ਨਾਲ ਤੁਸੀਂ ਫਿਰ ਐਫਰਟ ਵੀ ਲਾਣਾ ਹੈ ਰੈਗੂਲਰਲੀ। ਸੋ ਪੰਜਾਬੀ, ਇੰਗਲਿਸ਼, ਐਸੇ, GS1, GS2, GS3, GS4, but you will get to write mains only if you qualify the prelims। ਜੇ ਮੇਰਾ prelims ਹੀ ਕਲੀਅਰ ਨਾ ਹੋਵੇ ਤਾਂ ਫਿਰ ਮੈਂ ਮੇਨਸ ਦੀ ਆਨਸਰ ਪ੍ਰੈਕਟਿਸ ਦਾ ਕੀ ਕਰਨਾ ਹੈ। ਇਸ ਕਰਕੇ ਅਸੀਂ ਸੰਡੇ ਜੇ ਮੇਨਸ ਲਈ ਫ੍ਰੀਜ਼ ਕੀਤਾ ਹੈ ਤਾਂ ਸੈਟਰਡੇ ਆਪਾਂ ਪ੍ਰੀਲਿਮਸ ਲਈ ਫ੍ਰੀਜ਼ ਕਰ ਲਿਆ। ਹਰ ਸੈਟਰਡੇ ਪੂਰਾ ਸਾਲ ਤੁਹਾਡੀ ਟੈਸਟ ਸੀਰੀਜ਼ ਚੱਲੂਗੀ। ਇੱਕ ਸੈਟਰਡੇ GS ਦਾ ਪੇਪਰ, ਅਗਲੇ ਸੈਟਰਡੇ CSAT ਦਾ ਪੇਪਰ, ਇੱਕ ਸੈਟਰਡੇ GS, ਅਗਲੇ ਸੈਟਰਡੇ CSAT। GS ਦਾ ਸਿਲੇਬਸ ਤੁਹਾਡਾ ਸੈਕਸ਼ਨਲ ਸਿਲੇਬਸ ਕੀ ਹੈ, ਹਰ ਮਹੀਨੇ 2 ਮਹੀਨੇ ਦਾ ਸ਼ੈਡਿਊਲ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਜਾਵੇਗਾ, ਸੋ ਦੈਟ ਯੂ ਨੋ ਕਿ ਯਾਰ 14 ਡੇਜ਼ ਫਰੋਮ ਨਾਓ ਮੇਰਾ ਪੋਲਿਟੀ ਦਾ ਟੈਸਟ ਹੈ, ਉਸ ਤੋਂ ਬਾਅਦ 14 ਦਿਨ ਬਾਅਦ ਮੇਰਾ ਹਿਸਟਰੀ ਦਾ ਟੈਸਟ ਹੈ। ਚਲੋ ਇਸ ਮਹੀਨੇ ਮੈਂ ਪੋਲਿਟੀ ਤੇ ਹਿਸਟਰੀ ਰਿਵਾਈਜ਼ ਕਰਨਾ। ਜੇ ਤੁਸੀਂ ਕਿਸੇ ਵੀ ਹੋਰ ਇੰਸਟੀਚਿਊਟ ਤਿਆਰੀ ਕੀਤੀ ਹੈ, ਤੁਹਾਨੂੰ ਲੱਗਦਾ ਹੈ ਮੇਰਾ ਇਹ ਵਾਲਾ ਪਾਰਟਿਕੂਲਰ ਮੋਡਿਊਲ ਵੀਕ ਹੈ ਤੇ ਉਹਦਾ ਤਾਂ ਇੱਥੇ ਟੈਸਟ ਰੱਖਿਆ ਹੋਇਆ, ਤਾਂ ਯੂ ਗੈਟ ਇਨ ਟੱਚ ਵਿਦ ਅਸ, ਵੀ ਵਿਲ ਪ੍ਰੋਵਾਈਡ ਯੂ ਸਮ ਕੰਪਲੀਮੈਂਟਰੀ ਸਟੱਡੀ ਮਟੀਰੀਅਲ অর ਸਮਥਿੰਗ ਲਾਈਕ ਦੈਟ, ਸੋ ਦੈਟ ਤੁਸੀਂ ਵਧੀਆ ਪਰਫਾਰਮ ਕਰ ਸਕੋ ਟੈਸਟ ਦੇ ਵਿੱਚ। ਇਹ MCQ ਬੇਸਡ ਟੈਸਟ ਹੈ, ਤੁਸੀਂ ਆਨਲਾਈਨ ਵੀ ਦੇ ਸਕਦੇ ਹੋ, ਆਫਲਾਈਨ ਵੀ ਦੇ ਸਕਦੇ ਹੋ ਸਾਰੇ ਟੈਸਟ। ਇਹ ਸਾਰੇ ਟੈਸਟ ਪੰਜਾਬੀ ਮੀਡੀਅਮ 'ਚ ਵੀ ਅਵੇਲੇਬਲ ਨੇ ਤੇ ਇੰਗਲਿਸ਼ 'ਚ ਵੀ ਅਵੇਲੇਬਲ ਨੇ, ਤੇ ਲੈਂਗੁਏਜ ਦਾ ਕੋਈ ਮਸਲਾ ਨਹੀਂ ਹੈਗਾ, ਆਨਲਾਈਨ ਤੇ ਆਫਲਾਈਨ ਦਾ ਕੋਈ ਮਸਲਾ ਨਹੀਂ ਹੈਗਾ। ਅਸੀਂ ਰეკਮੈਂਡ ਕਰਦੇ ਹਾਂ, ਕੋਈ ਫੀਸ ਡਿਫਰੈਂਟ ਨਹੀਂ ਹੈਗੀ, ਅਸੀਂ ਰეკਮੈਂਡ ਕਰਦੇ ਹਾਂ ਵੀ ਤੁਸੀਂ ਜੇ ਆ ਸਕਦੇ ਹੋ ਤਾਂ ਇੱਥੇ ਆ ਕੇ ਸਾਡੀ ਲਾਇਬ੍ਰੇਰੀ ਦੇ ਵਿੱਚ ਬਹਿ ਕੇ ਆਫਲਾਈਨ ਟੈਸਟ ਦਿਓ। ਉਹਦਾ ਰੀਜ਼ਨ ਕੀ ਹੈ, ਇੱਥੇ ਇੱਕ ਮਾਹੌਲ ਬਣਿਆ ਹੋਇਆ ਹੈ, ਬਹੁਤ ਸਾਰੇ ਬੱਚੇ ਇਦਾਂ ਦੇ ਨੇ ਜਿਹੜੇ ਆਲਰੇਡੀ ਗਵਰਨਮੈਂਟ ਜੌਬਸ ਲੈ ਕੇ ਬੈਠੇ ਨੇ, ਕਈ ਇਦਾਂ ਦੇ ਬੱਚੇ ਨੇ ਵੀਕਐਂਡ ਤੇ ਆਉਂਦੇ ਨੇ ਜਿਹੜੇ ਆਲਰੇਡੀ DSP ਲੈਵਲ ਦੀ ਜੌਬ ਲੈ ਕੇ ਬੈਠੇ ਨੇ। ਉਹ ਜਦੋਂ ਆਨਸਰ ਲਿਖ ਰਹੇ ਹੁੰਦੇ ਨੇ, ਤੁਸੀਂ ਉਹਨਾਂ ਦੇ ਨਾਲ ਬੈਠ ਕੇ ਆਨਸਰ ਲਿਖਦੇ ਹੋ ਤਾਂ ਇੱਕ ਸੈਂਸ ਆਫ ਮੋਟੀਵੇਸ਼ਨ ਆਉਂਦੀ ਹੈ, ਇੱਕ ਸੈਂਸ ਆਫ ਸਿੰਸੀਅਰਿਟੀ ਆਉਂਦੀ ਹੈ, ਸੈਂਸ ਆਫ ਫੋਕਸ, ਪਰਪਸ, ਉਹ ਸਾਰਾ ਕੁਝ ਤੁਹਾਨੂੰ ਇੱਕ ਮਾਹੌਲ ਦੇ ਥਰੂ ਮਿਲਦਾ ਹੈ। ਇੱਥੇ ਆਓ, ਤੁਸੀਂ ਇੱਥੇ ਆ ਕੇ ਟੈਸਟ ਦੋਗੇ ਤਾਂ ਈਵਨ ਬੈਟਰ। ਪਰ ਜੇ ਤੁਸੀਂ ਜੌਬ ਕਰਦੇ ਹੋ, ਮੰਨ ਲਓ ਕੋਈ ਬੱਚਾ ਬਠਿੰਡਾ ਬੈਠ ਕੇ ਜੌਬ ਕਰ ਰਿਹਾ, I don't expect that student to come all the way to Chandigarh to write this test, so they can do it from their house। ਆਪਣੇ ਘਰ ਤੋਂ ਲਿਖ ਕੇ ਤੁਸੀਂ ਦੇ ਸਕਦੇ ਹੋ, ਅਸੀਂ ਮਾਰਕ ਕਰਕੇ ਇਵੈਲੂਏਟ ਕਰਕੇ ਸਕੈਨਡ ਕਾਪੀ ਵਾਪਸ ਸੈਂਡ ਕਰ ਦਾਂਗੇ। ਤੁਸੀਂ ਸਕੈਨਡ ਕਾਪੀ ਵੀ ਭੇਜਣੀ ਹੈ ਸਾਨੂੰ, ਪੂਰਾ ਪ੍ਰੋਸੈਸ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇਗਾ। ਬਟ ਹੈ ਕਿ ਇੱਕ ਸੈਟਰਡੇ GS, ਅਗਲੇ ਸੈਟਰਡੇ CSAT। ਜਿਸ ਦਿਨ ਆਪਣੀ ਐਗਜ਼ਾਮ ਡੇਟ ਆ ਗਈ, ਆਪਾਂ ਨੂੰ ਪਤਾ ਵੀ ਹੁਣ ਆਪਣੇ ਕੋਲ ਡੇਟ ਆ ਗਈ ਹੈ, ਐਡਮਿਟ ਕਾਰਡ ਵਗੈਰਾ ਆ ਗਏ, ਉਸ ਟਾਈਮ ਆਪਾਂ ਫਿਰ ਹਰ ਵੀਕਐਂਡ ਤੇ ਹਰ ਸੈਟਰਡੇ ਤੇ 2 ਵੀ ਟੈਸਟ ਕਰ ਲੈਣੇ, ਫ੍ਰੀਕੁਐਂਸੀ ਡਬਲ ਕਰ ਦਾਂਗੇ। ਤੇ ਜਦੋਂ ਆਪਣਾ ਪੇਪਰ ਵੀਕ ਜਾਂ 10 ਡੇਜ਼ ਦੂਰ ਰਹਿ ਗਿਆ, ਉਦੋਂ ਫਿਰ ਆਪਾਂ ਰੋਜ਼ ਟੈਸਟ ਕਰਾਂਗੇ, ਸੋ ਦੈਟ ਜਦੋਂ ਮੈਂ ਪ੍ਰੀਲਿਮਸ ਦੇ ਪੇਪਰ ਦੇ ਵਿੱਚ ਗਿਆ, ਮੈਨੂੰ ਪਤਾ ਵੀ ਯਾਰ ਪ੍ਰੀਲਿਮਸ ਦੇ ਪੇਪਰ ਤੋਂ ਪਹਿਲਾਂ ਮੈਂ CSAT ਦੇ 5-6 ਹਜ਼ਾਰ MCQs ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲਏ, ਵਾਇਆ ਟੈਸਟ 40-50 ਮੈਂ ਟੈਸਟ ਕਰ ਲਏ। ਇਸ ਟੈਸਟ ਦੇ ਥਰੂ ਮੇਰੀ ਸਪੀਡ ਇੰਪਰੂਵ ਹੋਈ ਹੈ, ਮੇਰਾ ਐਕੂਰੇਸੀ ਲੈਵਲ ਇੰਪਰੂਵ ਹੋਇਆ ਹੈ, ਮੈਨੂੰ ਇਹ ਵੀ ਸਮਝ ਆ ਗਿਆ ਵੀ ਕਿੰਨਾ ਟਾਈਮ ਇੱਕ ਕੁਐਸਚਨ ਤੇ ਲਾਣਾ ਹੈ, ਜੇ ਹੁਣ ਨਹੀਂ ਹੋ ਰਿਹਾ ਅਗਲੇ ਕੁਐਸਚਨ ਤੇ ਮੈਂ ਚੱਲਾਂ, ਕਿੰਨਾ
तक मेरा एवरेज स्कोर इंप्रूव हो गया एंड सेम इज ट्रू अबाउट द जीएस। नाउ ਇਹ ਤਾਂ ਹੋ ਗਿਆ ਤੁਹਾਡਾ ਜੀਐਸ ਦਾ ਪੋਰਸ਼ਨ ਤੇ ਸੀ ਸੈਟ ਦਾ। ਪੰਜਾਬ ਪੀਸੀਐਸ ਦੀ ਪ੍ਰੀਲਿਮਸ ਦੇ ਵਿੱਚ ਵੀ ਤੇ ਮੇਨਸ ਦੇ ਵਿੱਚ ਵੀ ਕਰੰਟ ਅਫੇਅਰਸ ਬਹੁਤ ਇੰਪੋਰਟੈਂਟ ਹੈ। ਇਹਦੇ ਲਈ ਅਸੀਂ ਇੱਕ ਆਲ ਟੂਗੇਦਰ ਸੈਪਰੇਟ ਟੈਸਟ ਰੱਖਿਆ ਜਿਹੜਾ ਹਰ ਮਹੀਨੇ ਦੀ 10 ਤਾਰੀਖ ਨੂੰ ਹੋਊਗਾ। ਇਹਦੇ ਵਿੱਚ ਕੀ ਹੈ, ਪਿਛਲੇ ਇੱਕ ਮਹੀਨੇ ਦੇ ਮੰਨ ਲਓ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਦੇ ਜਿਹੜੇ ਕਰੰਟ ਅਫੇਅਰਸ ਨੇ ਉਹ 10 ਸਤੰਬਰ ਨੂੰ ਟੈਸਟ ਹੋਣਗੇ। 1 ਸਤੰਬਰ ਤੋਂ 30 ਸਤੰਬਰ ਵਾਲੇ ਜਿਹੜੇ ਕਰੰਟ ਅਫੇਅਰਸ ਨੇ ਉਹ 10 ਅਕਤੂਬਰ ਨੂੰ ਟੈਸਟ ਹੋਣਗੇ ਐਂਡ ਸੋ ਔਨ। So point is that you can cover 1 month's current affairs through test। ਇਹ ਟੈਸਟ ਵੀ ਆਬਜੈਕਟਿਵ ਵੀ ਹੋਏਗਾ ਤੇ ਸਬਜੈਕਟਿਵ ਵੀ ਹੋਵੇਗਾ so that ਮੈਂ ਕਰੰਟ ਅਫੇਅਰਸ ਦੇ ਟੌਪਿਕਸ ਦੇ ਉੱਤੇ ਵੀ ਆਨਸਰ ਲਿਖ ਸਕਦਾ ਹਾਂ ਐਂਡ ਓਵਰ ਐਂਡ ਅਬਵ ਮੈਂ ਪ੍ਰੀਲਿਮਸ ਦਾ ਕਰ ਹੀ ਲੈਣਾ ਚੰਗੀ ਤਰ੍ਹਾਂ ਕਵਰ। ਇਸ ਟੈਸਟ ਸੀਰੀਜ਼ ਦੇ ਵਿੱਚ ਅਸੀਂ ਟਰਾਈ ਕਰਾਂਗੇ ਤੁਹਾਨੂੰ ਪਿਛਲੇ 6 ਤੋਂ 8 ਮਹੀਨੇ ਦੇ ਜਿਹੜੇ ਕਰੰਟ ਅਫੇਅਰਸ ਵਾਲੇ ਟੈਸਟ ਹੈ ਉਹ ਤੁਹਾਡੇ ਨਾਲ ਆਪਾਂ ਉਦਾਂ ਹੀ ਸ਼ੇਅਰ ਕਰ ਲਈਏ so that ਜਦੋਂ ਤੁਸੀਂ ਅੱਜ ਤਿਆਰੀ ਕਰੋ ਤੁਸੀਂ ਪਿਛਲੇ 6-8 ਮਹੀਨੇ ਦੇ ਕਰੰਟ ਅਫੇਅਰਸ ਪਹਿਲੇ ਦਿਨ ਹੀ ਕਵਰ ਕਰਕੇ ਚੱਲੋ ਤਾਂ ਕਿ ਐਗਜ਼ਾਮ ਜਦੋਂ ਆਏ ਤਾਂ ਤੁਹਾਨੂੰ ਇਹ ਕਨਫਿਊਜ਼ਨ ਨਾ ਹੋਵੇ ਪਿਛਲੇ 6 ਮਹੀਨੇ ਦੇ ਕਰੰਟ ਅਫੇਅਰਸ ਕਰਾਂ, ਸਾਲ ਦੇ ਕਰਾਂ, 1.5 ਸਾਲ ਦੇ ਕਰਾਂ। ਯੂ ਵੁੱਡ ਹੈਵ ਦਿਸ ਕੌਨਫੀਡੈਂਸ ਕਿ ਜਿੰਨੇ ਕਰੰਟ ਅਫੇਅਰਸ ਕਰਨੇ ਚਾਹੀਦੇ ਨੇ ਮੈਂ ਚੰਗੀ ਤਰ੍ਹਾਂ ਕਰ ਲਏ। ਹੁਣ ਮੈਂ ਚੰਗੀ ਤਰ੍ਹਾਂ ਕਰੰਟ ਅਫੇਅਰਸ ਕਰ ਲਏ 1.5 ਸਾਲ ਦੇ 1500-1600 MCQs ਮੈਂ ਕਰੰਟ ਅਫੇਅਰਸ ਦੇ ਕਰ ਲਏ, 3-4 ਹਜ਼ਾਰ MCQs ਮੈਂ GS ਦੇ ਕਰ ਲਏ, 4-5 ਹਜ਼ਾਰ MCQs ਹੀ ਮੈਂ CSAT GS ਵਗੈਰਾ ਦੇ ਕਰ ਲਏ। ਹੁਣ ਜੇ ਕੋਈ ਪੇਪਰ ਦੇ ਵਿੱਚ ਕੁਐਸਚਨ ਬਹੁਤ ਟੇਢਾ ਮੇਢਾ ਆਉਂਦਾ ਹੈ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ। ਫਿਰ ਜੇ ਮੈਨੂੰ ਨਹੀਂ ਆਉਂਦਾ ਤੇ ਸੀਰੀਅਸ ਐਸਪੀਰੈਂਟਸ ਵੀ ਕੁਐਸਚਨ ਨਹੀਂ ਆਉਂਦਾ ਹੋਵੇਗਾ। ਕਿਤੇ ਨਾ ਕਿਤੇ ਤਾਂ ਦੇਖੋ ਸਿਵਲ ਸਰਵਿਸਿਜ਼ ਦੇ ਵਿੱਚ ਦਿਸ ਇਜ਼ ਦੀ ਆਰਟ ਦੈਟ ਯੂ ਸ਼ੁੱਡ ਡਿਵੈਲਪ। ਕਿੰਨਾ ਕਵਰ ਕਰਨਾ ਹੈ ਇਹ ਇੰਪੋਰਟੈਂਟ ਨਹੀਂ ਹੈਗਾ, ਕੀ ਛੱਡਣਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਯੂ ਸ਼ੁੱਡ ਨੋ ਵੇਅਰ ਟੂ ਪੁੱਟ ਯੂਰ ਫੁੱਟ ਡਾਊਨ ਐਂਡ ਲਾਈਕ ਪੁੱਟ ਦਿਸ ਬ੍ਰੇਕ। ਯਾਰ ਹੁਣ ਇਸ ਤੋਂ ਬਾਹਰ ਜੋ ਆਉਂਦਾ ਆਏ ਟੈਨਸ਼ਨ ਵਾਲੀ ਗੱਲ ਨਹੀਂ। ਜੇ ਆਪਾਂ ਨੂੰ ਮੈਂ ਕੱਟ ਆਫ ਕਲੀਅਰ ਕਰਨੀ ਹੈ ਪ੍ਰੀਲਿਮ ਦੇ ਵਿੱਚ ਮੇਨਸ ਦਾ ਜਿਹੜਾ ਮੇਨ ਚੈਲੰਜ ਹੈ ਬੱਚੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਚਾਹੇ ਟੈਸਟ ਸੀਰੀਜ਼ ਮੇਰੇ ਨਾਲ ਕਰੋ, ਆਪਣੇ ਆਪ ਕਰੋ, ਕਿਸੇ ਹੋਰ ਨਾਲ ਕਰ ਲਓ, ਬਟ ਇਫ ਯੂ ਆਰ ਸੀਰੀਅਸ ਅਬਾਊਟ ਪੰਜਾਬ PCS then you should know that there cannot be no preparation without answer writing। without answer writing ਕੋਈ ਪ੍ਰੈਕਟਿਸ ਨਹੀਂ ਹੁੰਦੀ। ਉਹਦੇ ਲਈ ਮੇਰੀ ਕੀ ਸਲਾਹ ਹੈ, ਤੁਸੀਂ ਹਰ ਸੰਡੇ ਇਹ ਟੈਸਟ ਲਿਖੋ, send it to us, we will have discussion with you। now for this test series today prelims only test series है, if you want to have just prelims only test series we will charge you 5,000 rupees plus GST। for mains test series only we will charge you 7,500 rupees plus GST। if you want to take both the test we will charge you 11,000 rupees plus GST। if there are special circumstances that are ailing your preparation you can get in touch with us। of course as we have always tried to do we will continue to accommodate those circumstances। ਜੇ ਕੋਈ reason ਹੈ ਜਿਸ ਕਰਕੇ ਜੇ ਤੁਹਾਨੂੰ ਲੱਗਦਾ ਵੀ ਯਾਰ I may not have that kind of money you get in touch with us we will support you। but mains test series effectively ਕਰਨਾ ਬਹੁਤ ਜ਼ਰੂਰੀ ਹੈ ਸਟੂਡੈਂਟ ਨੂੰ UPSC ਪੰਜਾਬ PCS ਦੀ ਪ੍ਰੋਪਰ ਤਿਆਰੀ ਕਰਨ ਲਈ। if there is any way in which we can help you get in touch with us। as I said earlier ਕਿ ਇਹ ਟੈਸਟ ਸੀਰੀਜ਼ ਲੈਣ ਦਾ ਫਾਇਦਾ ਉਦੋਂ ਹੀ ਹੈ ਜਦੋਂ ਆਪਾਂ ਟੈਸਟ ਲਿਖੀਏ, ਆਨਸਰ ਲਿਖੀਏ, ਆਪਣੇ ਉੱਤੇ ਕੰਮ ਕਰੀਏ। and if you have why I'll share one personal thing with you why have I come up with this thing। ਮੇਰੇ ਕੋਲ ਨਾ ਬਹੁਤ ਸਾਰੇ ਸਟੂਡੈਂਟਸ ਆਉਂਦੇ ਨੇ ਜਿਹੜੇ ਕਿਸੇ ਵੀ ਹੋਰ ਥਾਂ ਤੇ ਪੂਰਾ ਇੱਕ ਕੋਰਸ ਕਰ ਚੁੱਕੇ ਨੇ, ਪੂਰਾ UPSC ਦਾ ਜਾਂ PCS ਦਾ ਕੋਰਸ ਕਰਨ ਤੋਂ ਬਾਅਦ ਮੇਰੇ ਕੋਲ ਆਉਂਦੇ ਨੇ ਵੀ ਸਰ ਤਿਆਰੀ ਕਰਾ ਦਿਓ PCS ਦੀ ਕੋਰਸ ਦੀ, ਪੂਰਾ ਕੋਰਸ ਦੇ ਦਿਓ। ਨਾ ਮੈਂ ਉਹ ਸਟੂਡੈਂਟ ਨੂੰ ਪੜ੍ਹਾਉਣ ਜੋਗਾ, ਨਾ ਕਲਾਸ 'ਚ ਬਿਠਾਉਣ ਜੋਗਾ, ਨਾ ਬਾਹਰ ਛੱਡਣ ਜੋਗਾ, ਕਿਉਂਕਿ ਜਦੋਂ ਮੈਨੂੰ ਪੜ੍ਹਾਵਾਂਗਾ ਉਹਨੂੰ ਹਰ ਦੂਜੀ ਚੀਜ਼ ਇਦਾਂ ਲੱਗਣੀ ਵੀ ਇਹਦੇ ਸੁਣੀ ਹੋਈ ਹੈ, ਪਰ ਹਰ ਦੂਜੀ ਚੀਜ਼ ਨੂੰ ਇਦਾਂ ਵੀ ਲੱਗਣੀ ਵੀ ਇਹ ਤਾਂ ਮੈਂ ਕੀਤੀ ਨਹੀਂ। ਜਿੱਥੇ ਵੀ ਮੈਂ ਤਿਆਰੀ ਕਰ ਰਿਹਾ ਸੀ ਜਾਂ ਮੰਨ ਲਓ ਇੰਸਟੀਚਿਊਟ ਦੀ ਕਮੀ ਸੀ ਜਾਂ ਬੱਚੇ ਦੀ ਕਮੀ ਸੀ, ਉਹਨੇ ਪ੍ਰੋਪਰ ਪੂਰਾ ਸਿਲੇਬਸ ਹੀ ਨਹੀਂ ਕਵਰ ਕੀਤਾ ਹੋਇਆ। ਤਾਂ ਮੈਨੂੰ ਲੱਗਦਾ ਹੈ ਵੀ ਐਨੀਬਡੀ ਹੂ ਹੈਜ਼ ਇਨ ਥਿਓਰੀ ਕਾਗਜ਼ਾਂ ਦੇ ਉੱਤੇ ਜਿਹਦੀ ਤਿਆਰੀ ਹੋਈ ਹੈ ਪਰ ਇਨ ਪ੍ਰੈਕਟਿਸ ਉਸ ਬੱਚੇ ਨੂੰ ਪਤਾ ਕਿ ਮੇਰੀ ਤਿਆਰੀ ਨਹੀਂ ਹੋਈ, ਹੁਣ ਦੁਬਾਰਾ ਉਹ ਮੈਨੂੰ ਪੂਰੀ ਫੀਸ ਦੇਵੇ ਜਾਂ ਦੁਬਾਰਾ ਕਿਸੇ ਵੀ ਹੋਰ ਇੰਸਟੀਚਿਊਟ ਨੂੰ ਪੂਰੀ ਫੀਸ ਦੇਵੇ, ਨਾ ਉਸ ਤੋਂ ਪ੍ਰੋਪਰਲੀ ਜਾਇਆ ਹੀ ਜਾਣਾ, ਨਾ ਪ੍ਰੋਪਰ ਤਿਆਰੀ ਹੋਣੀ। ਉਹਦੀ ਥਾਂ ਤੇ ਉਹ ਬੱਚਾ ਇਹ ਟੈਸਟ ਸੀਰੀਜ਼ ਕਰ ਲੇ, ਉਹਦੇ ਪੈਸੇ ਵੀ ਬਚਦੇ, ਟਾਈਮ ਵੀ ਬਚਦਾ। ਜੇ ਕੋਈ ਟੌਪਿਕ ਤੁਹਾਡੇ ਇੰਸਟੀਚਿਊਟ ਦੇ ਵਿੱਚ ਕਰਾਇਆ ਨਹੀਂ ਹੋਇਆ ਸੀਗਾ ਜਾਂ ਤੁਸੀਂ ਕਿਤੇ ਇੰਸਟੀਚਿਊਟ ਤਿਆਰੀ ਨਹੀਂ ਕੀਤੀ, ਤੁਸੀਂ ਖੁਦ ਤਿਆਰੀ ਕਰ ਰਹੇ ਸੀਗੇ ਪਰ ਤੁਹਾਨੂੰ ਲੱਗਦਾ ਵੀ ਯਾਰ ਵਰਲਡ ਹਿਸਟਰੀ ਕਿਹੋ ਜਿਹਾ ਸਬਜੈਕਟ ਹੈ ਜਿਹੜਾ ਮੈਂ ਚੰਗੀ ਤਰ੍ਹਾਂ ਕੀਤਾ ਨਹੀਂ ਹੋਇਆ, that particular module in this test series only we will of course accommodate you, help you, ਉਹ ਅਸੀਂ ਤੁਹਾਨੂੰ ਕਰਾ ਦਾਂਗੇ। ਸੋ ਹੋਲਸਮ ਤਰੀਕੇ ਨਾਲ ਤਿਆਰੀ ਕਰੋ, ਪ੍ਰੀਲਿਮਸ ਮੇਨਸ ਦੀ ਤਿਆਰੀ, ਫਿਰ ਤੁਸੀਂ ਕਲੀਅਰ ਕਰੋ ਇੰਟਰਵਿਊ ਦੀ ਤਿਆਰੀ ਕਰਾਵਾਂਗੇ। ਆਲ ਦਾ ਬੈਸਟ ਗਾਇਜ਼, ਸਤਿ ਸ਼੍ਰੀ ਅਕਾਲ।